ਤਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਰਹਾਉ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧि ਸਮਝਾਵਹੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੋ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਕਰ ਕੇ ਗੋਲੇ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਕਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸਾਹਿਬ ਗਰੀਬਨਵਾਜ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਪਾਤਸ਼ਾਹ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬੰਦੀ ਛੋੜ ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ ਹੋ। ਅੱਜ ਦੇ ਦਿਨ ਜਗਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਕੀ ਵਡਾਲੀ ਨਗਰ ਵਿਖੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਉਦਰ ਤੋਂ ਪ੍ਰਕਾਸ਼ ਧਾਰਨ ਕੀਤਾ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਔਰ ਸਤਿਕਾਰਯੋਗ ਮਾਤਾ ਗੰਗਾ ਜੀ ਦੀ ਸ਼ਾਦੀ ਨੂੰ ਕਾਫੀ ਵਰ੍ਹੇ ਬੀਤ ਚੁੱਕੇ ਸਨ। ਘਰ 'ਚ ਸੰਤਾਨ ਨਹੀਂ ਸੀ। ਇੱਕ ਦਿਨ ਬਰਸਾਤਾਂ ਦੇ ਦਿਨ ਪੈ ਕੇ ਹਟੇ ਸਨ ਤੇ ਮਾਤਾ ਗੰਗਾ ਜੀ ਦੇ ਜਿਹੜੇ ਦੁਸ਼ਾਲੇ ਸਨ ਉਹ ਧੁੱਪੇ ਸੁੱਕਣੇ ਪਾਏ ਨੇ ਕਿ ਸਲਾਬਾ ਦੂਰ ਹੋ ਜਾਏ। ਤਾਂ ਦੁਸ਼ਾਲਿਆਂ ਦੀ ਚਮਕ
ਕਰਮੋਂ ਨੇ ਵੇਖੀ ਹੈ। ਉਹਨੇ ਕੁਝ ਏਦਾਂ ਦੇ ਬੋਲ ਕਹੇ ਵੀ ਇਹ ਤਾਂ ਓਤ ਹੈ, ਆਉਣ ਵਾਲੇ ਸਮੇਂ 'ਚ ਸਾਰੇ ਦੁਸ਼ਾਲੇ ਤੇ ਸਾਰਾ ਘਰ ਅਸੀਂ ਸਾਂਭਣਾ, ਇਹਨਾਂ ਕੋਲ ਕਿਹੜਾ ਕੋਈ ਪੁੱਤ ਹੈ। ਕਰਮੋਂ ਦੀ ਦਾਸੀ ਨੇ ਮਾਤਾ ਗੰਗਾ ਦੀ ਦਾਸੀ ਨੂੰ ਆ ਕੇ ਗੱਲ ਕਹੀ। ਮਾਤਾ ਗੰਗਾ ਜੀ ਨੇ ਜਦੋਂ ਇਹ ਬਚਨ ਸੁਣੇ ਤੇ ਮਨ ਆਹਤ ਹੋਇਆ ਕਿ ਸ਼ਰੀਕਣ ਨੇ ਤਾਨਾ ਮਾਰਿਆ। ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਪਾਸ ਜਾ ਕੇ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਹੇ ਗਰੀਬ ਨਵਾਜ ਮੇਰੇ ਸਿਰ ਦੇ ਸਾਈਂ, ਸੰਸਾਰ ਦੇ ਅਨੇਕਾਂ ਪ੍ਰਾਣੀ ਤੁਹਾਡੇ ਕੋਲੋਂ ਆ ਕੇ ਮੰਗਾਂ ਮੰਗਦੇ ਨੇ ਤੇ ਇਹਨਾਂ ਦੀਆਂ ਝੋਲੀਆਂ ਤੁਸੀਂ ਭਰਦੇ ਹੋ। ਮੈਂ ਨਿਮਾਣੀ ਤੁਹਾਡੀ ਦਾਸੀ ਹਾਂ, ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਵੀ ਇਹ ਸੰਸਾਰ ਨਾਲ ਗੰਢ ਪੈ ਜਾਏ, ਮੈਨੂੰ ਵੀ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ। ਸ਼ਰੀਕਣ ਨੇ ਤਾਨਾ ਮਾਰਿਆ ਜੋ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਗੰਗਾ ਜੀ ਤੁਹਾਡੀ ਇੱਛਾ ਗੁਰੂ ਨਾਨਕ ਸਾਹਿਬ ਪੂਰੀ ਕਰਨਗੇ। ਗੁਰੂ ਘਰ ਦੇ ਅਨੰਨ ਸੇਵਕ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹਨ, ਉਹਨਾਂ ਦੇ ਪਾਸ ਜਾ ਕੇ ਬੇਨਤੀ ਕਰੋ। ਸਤਿਗੁਰਾਂ ਦਾ ਇਹ ਆਦਿ ਜੁਗਾਦੀ ਬਿਰਦ ਹੈ, ਆਪਣਿਆਂ ਸੇਵਕਾਂ ਨੂੰ ਵਡਿਆਈ ਦੇਣੀ, ਆਪਣਿਆਂ ਜਨਾਂ ਨੂੰ ਆਪਣਿਆਂ ਦਾਸਾਂ ਨੂੰ ਵਡਿਆਈ ਬਖਸ਼ਣੀ। ਸਤਿਕਾਰਯੋਗ ਮਾਤਾ ਗੰਗਾ ਜੀ ਰਥ ਤੇ ਸਵਾਰ ਹੋਏ, ਕੁਝ ਦਾਸੀਆਂ ਦਾਸ ਨਾਲ ਲੈ ਕੇ ਬਾਬਾ ਬੁੱਢਾ ਜੀ ਦੀ ਬੀੜ ਵਿਖੇ ਗਏ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਕਿ ਧੂੜ ਉੱਡਦੀ ਹੈ, ਬੜੀ ਤੇਜ਼ੀ ਨਾਲ ਕੋਈ ਰੱਥ ਆਉਂਦਾ ਹੈ, ਪੁੱਛਿਆ ਕੌਣ ਹੈ? ਕਹਿਣ ਲੱਗੇ ਜੀ ਗੁਰੂ ਕੇ ਮਹਿਲ ਹਨ। ਮਹਾਂਪੁਰਸ਼ਾਂ ਦੀ ਰਸਨਾ ਤੋਂ ਸੁਭਾਵਕ ਬੋਲ ਹੁੰਦੇ ਨੇ, ਕੋਈ ਵਰ ਸਰਾਪ ਨਹੀਂ ਹੁੰਦੇ। ਸੁਭਾਵਕ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਿਹਾ, ਜੋ ਗੁਰੂ ਕਿਆਂ ਨੂੰ ਭਾਜ ਕਿਵੇਂ ਪਈ। ਸਤਿਗੁਰੂ ਜੀ ਦੇ ਬਚਨਾਂ ਦੀ ਪਾਲਣਾ ਕਰਦਿਆਂ ਮਾਤਾ ਜੀ ਬਾਬਾ ਬੁੱਢਾ ਸਾਹਿਬ ਜੀ ਪਾਸ ਆ ਕੇ ਬੇਨਤੀ ਕੀਤੀ ਤੇ ਬਾਬਾ ਜੀ ਨੇ ਅੱਗੋਂ ਬਚਨ ਆਖਿਆ, ਮਾਤਾ ਮੈਂ ਤਾਂ ਗੁਰੂ ਘਰ ਦਾ ਅਦਨਾ ਜਿਹਾ ਘਾਈਆ ਹਾਂ, ਮੇਰੇ ਕੋਲ ਏਡੀ ਤਾਕਤ ਕਿੱਥੇ ਕਿ ਮੈਂ ਜਗਤ ਮਾਤਾ ਨੂੰ ਕਹਿ ਸਕਾਂ ਵੀ ਤੁਹਾਡੀ ਕੁੱਖ ਤੋਂ ਪੁੱਤਰ ਹੋਵੇਗਾ। ਜਾਓ ਗੁਰੂ ਅਰਜਨ ਦੇਵ ਸਾਹਿਬ ਕੋਲੋਂ ਜਾ ਕੇ ਮੰਗੋ। ਮਾਤਾ ਗੰਗਾ ਜੀ ਬੜੀ ਨਮੋਸ਼ੀ ਨਾਲ ਉੱਥੋਂ ਵਾਪਸ ਮੁੜ ਆਏ। ਪੰਚਮ ਪਾਤਸ਼ਾਹ ਨੂੰ ਜਾ ਕੇ ਸਾਰਾ ਬਚਨ ਦੱਸਿਆ ਤੋ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਗੰਗਾ ਜੀ ਕਿਸੇ ਮਹਾਂਪੁਰਸ਼ ਮਹਾਤਮਾ ਪਾਸ ਜਾਣ ਦੀ ਮਰਿਆਦਾ ਹੁੰਦੀ ਹੈ, ਤੁਸੀਂ ਜਾਚਕ ਬਣ ਕੇ ਗਏ ਸੋ, ਰਥਾਂ ਤੇ ਸਵਾਰ ਹੋ ਕੇ ਜਾਣਾ ਉਚਿਤ ਨਹੀਂ ਸੀ। ਪੁੱਛਿਆ ਮਾਤਾ ਜੀ ਨੇ, ਸਤਿਗੁਰੂ ਜੀ ਫਿਰ ਤੁਸੀਂ ਕਿਰਪਾ ਕਰਕੇ ਜੁਗਤੀ ਦੱਸ ਦਿਓ। ਪੰਜਵੇਂ ਪਾਤਸ਼ਾਹ ਨੇ ਆਖਿਆ, ਬਾਬਾ ਬੁੱਢਾ ਸਾਹਿਬ ਜੀ ਨੂੰ ਮਿੱਸੇ ਪ੍ਰਸ਼ਾਦੇ ਬੜੇ ਪਿਆਰੇ ਲੱਗਦੇ, ਆਪਣੇ ਹੱਥੀਂ ਆਟਾ ਪੀਸੋ, ਵਿੱਚ ਚਣੇ ਪਾ ਕੇ ਲੱਸੀ ਆਪਣੇ ਹੱਥੀਂ ਰਿੜਕੋ, ਮੱਖਣ ਲੈ ਲਓ, ਪਿਆਜ਼ ਅਚਾਰ ਲੈ ਲਓ, ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਇੱਥੋਂ ਪੈਦਲ ਚੱਲ ਕੇ ਜਾਓ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ 'ਚ ਜਾ ਕੇ ਫਿਰ ਬੇਨਤੀ ਕਰੋ। ਰਾਤ ਨੂੰ ਮਾਤਾ ਜੀ ਬਿਰਾਜੇ ਨੇ, ਅੰਮ੍ਰਿਤ ਵੇਲੇ ਸਵਖਤੇ ਉੱਠੇ ਹਨ, ਇਸ਼ਨਾਨ ਪਾਨ ਕਰਕੇ ਆਪ ਆਪਣੇ ਹੱਥੀਂ ਆਟਾ ਪੀਸਿਆ। ਦਾਸੀਆਂ ਕਹਿੰਦੀਆਂ ਜੀ ਮਾਤਾ ਜੀ ਅਸੀਂ ਪੀਸਦੇ ਹਾਂ। ਮਾਤਾ ਜੀ ਨੇ ਵਰਜ ਦਿੱਤਾ, ਆਪ ਆਪਣੇ ਹੱਥੀਂ ਚੱਕੀ ਪੀਸੀ, ਆਟਾ ਪੀਸਿਆ ਤੇ ਪ੍ਰਸ਼ਾਦੇ ਪਕਾਏ ਨੇ।
महाकवि कविराज भाई संतोख सिंह जी लिखते हैं, मोट रोट का भी उंगल उंगल मोटे प्रशादे सन माता जी ने बनाए। घिओ नाल गह गच कीते, मक्खण दे नाल एक छाबा भर लिया, छन्ना भर लिया, लस्सी चाटी च पा के प्रशादे सिर ते रख के माता जी पैदल चले हैं। पैरां च जोड़ा नहीं पाया। दासियां दास नाल जाण लगे ते माता ने वर्ग दिता, खबरदार जे साडे कोई पिछे आया। पर उन्हां दी ड्यूटी सी, वो थोड़े जे विथ पा के माता जी तो दूर रहे। सत्कारयोग माता जी भजन करदियां, बाणी पढ़दियां, पैदल कदे चले नहीं सन। इन्ना अंम੍ਰਿਤਸਰ साहब तो बाबा बुढ़ा जी की भीड़ का लम्मा पंध है। चलते आए ने, चलदियां चलदियां पैरां विच छाले भी ने। दिन चढ़दियां तक माता जी बाबा बुढ़ा साहब जी की भीड़ च पहुंच गए। अगों ब्रह्म ਗਿਆਨੀ धन बाबा बुढ़ा साहब जी भी मानो जिवें मां की उड़ीक करते होण। माता जी नूं आउंदियां वेख के महाराज बाबा बुढ़ा साहब जी उठे। माता जी दे सीस तो आप जाके बाबा बुढ़ा साहब जी ने लस्सी वाली चाटी लाई है, प्रशादे लाए ने ते कहंदे, माता तू बड़ा तरस कीता, मैं तां रात भी प्रशादा नहीं सी छकिया। तैनूं पता सी भी तेरे पुੱਤ नूं भुख लगी है ते तू आप प्रशादे पका के लियाई है। भावें कि ब्रह्म ਗਿਆਨੀ बाबा बुढ़ा साहब जी उम्र करके वड्डे ने, पर गुरु अर्जन देव साहब दे महल होण करके माता गंगा जी नूं जगत माता की दृष्टि नाल वेखदे हन। माता जी बैठ गए। अज माता जी नूं मंगना नहीं पिया। ब्रह्म ਗਿਆਨੀ धन बाबा बुढ़ा साहब जी प्रशादा छकण लगे ने। गंढा पकड़ के हाथ विच घुटिया है। आकाश विच बिजली चमकी है, कड़की है। हालांकि धुप चढ़ी सी। कड़कदी हुई बिजली ने मानो जिवें बाबा बुढ़ा साहब नूं बेनती कीती होवे, बाबा जी अज माता जी नूं वर दे दिओ पुत्र होण दा। ब्रह्म ਗਿਆਨੀ धन बाबा बुढ़ा साहब जी ने जदों प्याज फेया ते मुखों बचन कीता, माता तुमरे ग्रह प्रगटेगा योधा। तुहाडे घर विच तुहाडी कुख तो सूरबीर बहादुर योधे दा जन्म होवेगा। अज जिवें मैं प्याज दा सिर भन्निया, इदां मलेच्छां दे सिर भन्निया करेगा। ब्रह्म ਗਿਆਨੀ बाबा बुढ़ा साहब दा बचन होया। माता जी ने प्रणाम कीती। बाबा जी नूं प्रशादा छका के माता जी ਅੰਮ੍ਰਿਤਸਰ साहब वापस आ गए। गुरु पातशाह जी की कला वरती। महाराज गुरु नानक साहब की करुणा हुई। पंजवें पातशाह ने आख्या, जिहड़ा बचन बाबा जी ने पहला कीता वो पहला पूरा होवे। श्री ਅੰਮ੍ਰਿਤਸਰ साहब तो छड्ड के महाराज जी गुरु की वडाली नगर च आ गए। गुरु की वडाली नगर विच बाबा बुढ़ा साहब जी के बचन सार्थक होए, फलीभूत होए। उधर माया किया निवास, माता कै मन बहुत विगास। जमया पूत भगत गोबिंद का। महाराज जी की कला वरती। अज दे दिन अमृत वेले जगत गुरु श्री गुरु हरगोबिंद साहब जी ने प्रकाश धारण किया। दासी आई पंजवें पातशाह नूं आके कहंदी आ, वधाइयां होण गरीब नवाज, वधाइयां होण। आप जी दे ग्रह विखे साहिबजादे दा अवतार होया है। पंजवें पातशाह जी महाराज जी ने अकाल पुरख वाहिगुरू परमेश्वर दे शुकराने वजों बचन उचारण कीते। वधी वेल बहु पीढ़ी चाली, धर्म कला हर बंद बहाली। कि अकाल पुरख वाहिगुरू परमेश्वर की किरपा नाल गुरु रामदास साहब जी की पीढ़ी चल पई है। गरीब नवाज साहब सच्चे पातशाह जी महाराज जी ने श्री गुरु हरगोबिंद साहब जी का नामकरण किया, श्री हरगोबिंद साहिब। दिन चढ़ गया ते ब्रह्म ਗਿਆਨੀ बाबा बुढ़ा साहब जी नूं खबर हुई। भाई गुरदास जी नूं नाल लैके बाबा बुढ़ा साहब जी गुरु की वडाली नगर आए ने।
ਮਾਤਾ ਨੂੰ ਜਾ ਕੇ ਆਖਿਆ ਮੈਨੂੰ ਸਾਹਿਬ ਦੇ ਦਰਸ਼ਨ ਕਰਾਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਆਖਿਆ ਇਹ ਭਾਰੇ ਗੁਰੂ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਸਾਹਿਬ ਦੇ ਦਰਸ਼ਨ ਕੀਤੇ ਤੇ ਆਖਿਆ ਇਹ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰਉਪਕਾਰੀ ਹਨ। ਯੋਧਾ ਵੀ ਹੋਵੇ ਤੇ ਪਰਉਪਕਾਰੀ ਵੀ ਹੋਵੇ ਐਸਾ ਹੁੰਦਾ ਨਹੀਂ, ਪਰ ਗੁਰੂ ਹਰਗੋਬਿੰਦ ਸਾਹਿਬ ਯੋਧੇ ਨੇ ਪਰ ਪਰਉਪਕਾਰ ਕਰਨ ਵਾਸਤੇ ਯੋਧੇ ਨੇ, ਸੂਰਮੇ ਨੇ ਪਰਉਪਕਾਰ ਕਰਨ ਵਾਸਤੇ ਸੂਰਮੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਦਾ ਬਚਪਨ ਕੁਝ ਸਮਾਂ ਗੁਰੂ ਕੀ ਵਡਾਲੀ ਨਗਰ ਦੇ ਵਿੱਚ ਬਤੀਤ ਹੋਇਆ। ਉਧਰ ਪ੍ਰਿਥਵੀ ਨੂੰ ਖਬਰ ਹੋਈ, ਕਰਮੋਂ ਨੂੰ ਪਤਾ ਲੱਗਾ ਵੀ ਉਹਨਾਂ ਦੇ ਘਰ ਪੁੱਤਰ ਹੋ ਗਿਆ ਤੇ ਮਨ ਵਿੱਚ ਝੋਰਾ ਹੈ ਕਿ ਸਾਡੀਆਂ ਆਸਾਂ ਉਮੀਦਾਂ ਤੇ ਪਾਣੀ ਫਿਰ ਗਿਆ। ਮਲੇਛਤਾਈ ਕੀਤੀ ਪ੍ਰਿਥੀ ਚੰਦ ਨੇ, ਕਰਮੋਂ ਨੇ। ਉਸ ਵਕਤ ਇੱਕ ਦਾਈ ਨੂੰ ਬੁਲਾਇਆ, ਦਾਈ ਨੂੰ ਸੰਖੀਆ ਜ਼ਹਿਰ ਦਿੱਤਾ ਤੇ ਆਖਿਆ ਜਾ ਆਪਣੇ ਅਸਥਣਾ ਨੂੰ ਲਾ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਦੁੱਧ ਪਿਲਾ ਕਿਸੇ ਬਹਾਨੇ ਉਹ ਬਾਲਕ ਜਿਉਂਦਾ ਨਾ ਰਹੇ। ਦਾਈ ਕਹਿਣ ਲੱਗੀ ਮੈਂ ਐਸਾ ਹੀ ਕਰਾਂਗੀ। ਇਧਰ ਗੁਰੂ ਹਰਗੋਬਿੰਦ ਸਾਹਿਬ ਨੇ 2 ਦਿਨਾਂ ਤੋਂ ਲੀਲਾ ਵਰਤਾ ਦਿੱਤੀ। ਮਾਤਾ ਜੀ ਦਾ ਦੁੱਧ ਅੰਗੀਕਾਰ ਨਹੀਂ ਕਰਦੇ 6ਵੇਂ ਪਾਤਸ਼ਾਹ। ਜਦੋਂ ਦਾਈ ਆਈ ਮਾਤਾ ਜੀ ਨੂੰ ਮਿਲੀ, ਮਾਤਾ ਜੀ ਨੇ ਆਪਣਾ ਫਿਕਰ ਦੱਸਿਆ ਵੀ ਪਤਾ ਨਹੀਂ ਮੇਰੇ ਪੁੱਤ ਨੂੰ ਕੀ ਹੋਇਆ, 2 ਦਿਨਾਂ ਤੋਂ ਦੁੱਧ ਅੰਗੀਕਾਰ ਨਹੀਂ ਪਿਆ ਕਰਦਾ। ਦਾਈ ਅਸਥਣਾ ਨੂੰ ਜ਼ਹਿਰ ਲਾ ਕੇ ਆਈ ਹੋਈ ਸੀ। ਝੱਟ ਬੋਲੀ, ਕਹਿੰਦੀ ਜੀ ਵੱਡੇ ਵੱਡੇ ਬੱਚੇ ਜਿਨ੍ਹਾਂ ਨੂੰ ਮੈਂ ਆਪਣੇ ਅਸਥਣਾ ਤੋਂ ਦੁੱਧ ਚੰਗਾਇਆ ਉਹ ਬੜੇ ਬਲਵਾਨ ਤੇ ਨਿਰੋਗ ਹੋ ਗਏ ਨੇ, ਲਿਆਓ ਇਹ ਬੱਚਾ, ਇਹਨੂੰ ਮੈਂ ਦੁੱਧ ਪਿਲਾਉਣੀ। ਗੋਦ 'ਚ ਲਿਆ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੀ ਗੁੱਤ ਤੋਂ ਪਕੜ ਕੇ ਗੁੱਤ ਖਿੱਚੀ ਹੈ। ਉਸੇ ਵਕਤ ਇਸ ਦਾਈ ਦੇ ਪ੍ਰਾਣ ਇਹਦੇ ਸਰੀਰ 'ਚੋਂ ਉੜਨ ਪੰਖੇਰੂ ਹੋ ਗਏ ਹਨ। ਗਰੀਬ ਨਵਾਜ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਭੱਜ ਕੇ ਮਾਤਾ ਜੀ ਨੇ ਗੋਦ ਵਿੱਚ ਲਿਆ। ਪਤਾ ਲੱਗਾ ਇਹਦੀ ਕਰਤੂਤ ਦਾ। ਉਧਰੋਂ ਇੱਕ ਸਪੇਰਾ ਖਰੀਦਿਆ ਪ੍ਰਿਥੀ ਚੰਦ ਨੇ, ਸਪੇਰੇ ਨੂੰ ਮਾਇਆ ਦਿੱਤੀ। ਕਹਿਣ ਲੱਗਾ ਕਿ ਜਾ ਕੇ ਜਿੱਥੇ ਉਹ ਬਾਲਕ ਖੇਡਦਾ ਹੋਵੇ ਹਰਗੋਬਿੰਦ, ਇਹ ਜ਼ਹਿਰੀਲਾ ਸੱਪ ਉੱਥੇ ਛੱਡ ਦੇਈ, ਇਹਨੂੰ ਉਸ ਬਾਲਕ ਨੂੰ ਡੱਸੇਗਾ। ਸਪੇਰਾ ਗਿਆ। 6ਵੇਂ ਪਾਤਸ਼ਾਹ ਨੂੰ ਖੇਡਦਿਆਂ ਡੱਠਾ, ਕੱਲੇ ਪਾਤਸ਼ਾਹ ਵਿਹੜੇ ਵਿੱਚ ਖੇਡ ਰਹੇ ਸਨ। ਸਪੇਰੇ ਨੇ ਮੌਕਾ ਵੇਖ ਕੇ ਸੱਪ ਛੱਡ ਦਿੱਤਾ। ਬੜਾ ਜ਼ਹਿਰੀਲਾ ਸੱਪ ਹੈ। ਪਾਤਸ਼ਾਹ ਦੇ ਪਾਸ ਆਉਂਦਾ ਪਰ ਡਰ ਕੇ ਦੂਰ ਚਲਿਆ ਜਾਂਦਾ। ਗਰੀਬ ਨਵਾਜ ਪਾਤਸ਼ਾਹ ਭੱਜ ਕੇ ਉਸ ਸੱਪ ਦੇ ਪਿੱਛੇ ਜਾਂਦੇ ਐ, ਉਹਦੀ ਪੂੰਛ ਪਕੜ ਕੇ ਖਿੱਚਦੇ ਆ, ਫਿਰ ਛੱਡ ਦਿੰਦੇ ਆ। ਉਹ ਭੱਜ ਭੱਜ ਕੇ ਜਾਨ ਬਚਾਉਣਾ ਚਾਹੁੰਦਾ ਪਰ 6ਵੇਂ ਪਾਤਸ਼ਾਹ ਨੇ ਉਹਦੀ ਮੁਕਤੀ ਕਰਨੀ ਸੀ। ਉਸ ਸੱਪ ਨੂੰ ਸਿਰੀ ਤੋਂ ਫੜ ਲਿਆ ਮਹਾਰਾਜ 6ਵੇਂ ਪਾਤਸ਼ਾਹ ਨੇ। ਹਾਲਾਂਕਿ ਰਿੜਦੇ ਸਨ ਉਦੋਂ 6ਵੇਂ ਪਾਤਸ਼ਾਹ। ਸਿਰੀ ਤੋਂ ਫੜ ਕੇ ਸੱਪ ਨੂੰ ਮਹਾਰਾਜ ਜੀ ਨੇ ਉਹਦਾ ਸਿਰ ਜ਼ਮੀਨ ਨਾਲ ਜ਼ੋਰ ਨਾਲ ਰਗੜਿਆ ਔਰ ਉਸ ਸੱਪ ਦੀ ਮੌਤ ਹੋ ਗਈ। ਮਾਤਾ ਜੀ ਨੇ ਮਰਿਆ ਹੋਇਆ ਸੱਪ ਜਦੋਂ ਸਾਹਿਬ ਦੇ ਪਾਸ ਵੇਖਿਆ, ਭੱਜ ਕੇ ਆਏ, ਮਹਾਰਾਜ ਜੀ ਨੂੰ ਗੋਦ ਵਿੱਚ ਚੁੱਕ ਲਿਆ। ਇਦਾਂ ਦੇ ਬਹੁਤ ਸਾਰੀਆਂ ਖੇਡਾਂ ਕੌਤਕ ਵਰਤੇ। ਇੱਕ ਦਿਨ ਮਾਤਾ ਜੀ ਮਹਾਰਾਜ 5ਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਖਬਰੇ ਮੇਰੇ ਪੁੱਤ ਦਾ ਕੌਣ ਦੁਸ਼ਮਣ ਹੈ ਕਿ ਕਈ ਵਾਰਾਂ ਹੋ ਚੁੱਕੀਆਂ ਹਨ। ਮੇਰਾ ਚਿੱਤ ਕਰਦਾ ਵੀ ਮੈਂ ਇਸ ਨਗਰ ਵਿੱਚ ਨਾ ਰਵਾਂ, ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਚੱਲੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਐਸਾ ਹੀ ਹੋਵੇਗਾ। ਤਿਆਰੀ ਕੀਤੀ, ਗੁਰੂ ਕੀ ਵਡਾਲੀ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਆਏ। ਬਾਬਾ ਪ੍ਰਿਥੀ ਚੰਦ ਜੀ ਦੇ ਘਰ ਗਏ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਪ੍ਰਿਥੀ ਚੰਦ ਨੂੰ ਨਮਸਕਾਰ ਕਰਨ ਨੂੰ ਕਿਹਾ। ਜਦੋਂ 6ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਚਿਹਰਾ ਉਜਵਲ ਤੇ ਵੇਖ ਕੇ ਪ੍ਰਿਥੀ ਚੰਦ ਦਾ ਕਾਲਜਾ ਸੜ ਗਿਆ।
ਤੇ ਉਸ ਵੇਲੇ ਮੂੰਹੋਂ ਕੁਝ ਬੋਲਿਆ ਨਹੀਂ ਪਿਆ ਜਾਂਦਾ। ਇਹੋ ਜਿਹਾ ਈਰਖਾ ਦੀ ਅੱਗ 'ਚ ਸੜਦਾ ਹੈ ਕਿ ਇਤਨਾ ਤੇਜਸਵੀ ਬਾਲਕ ਹੈ ਇਹਨਾਂ ਦਾ। ਇਹਨੇ ਇੱਕ ਖੜਾਵਾ ਖਰੀਦਿਆ, ਉਹਨੂੰ ਜ਼ਹਿਰ ਦਿੱਤਾ, ਆਖਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਕੇ ਮਾਰ ਦੇਈਂ। ਖੜਾਵੇ ਨੇ ਦਹੀਂ 'ਚ ਜ਼ਹਿਰ ਮਿਲਾ ਲਿਆ। 6ਵੇਂ ਪਾਤਸ਼ਾਹ ਕੋਈ 4-5 ਬਰਸ ਦੀ ਉਮਰ ਹੋਵੇਗੀ। ਖੜਾਵਾ ਉਹ ਜ਼ਹਿਰ ਮਹਾਰਾਜ ਜੀ ਦੇ ਸਾਹਮਣੇ ਦਹੀਂ ਦੇ ਵਿੱਚ ਮਿਲਾ ਕੇ ਪਾਤਸ਼ਾਹ ਨੂੰ ਛਕਾਣਾ ਚਾਹੁੰਦਾ ਹੈ। ਗੁਰੂ ਪਾਤਸ਼ਾਹ ਜੀ ਉਹ ਦਹੀਂ ਨਹੀਂ ਛਕਦੇ, ਉਹ ਜ਼ਬਰਦਸਤੀ ਕਰਦਾ। ਮਹਾਰਾਜ ਜੀ ਉੱਚੀ ਕਿਲਕਾਰੀ ਮਾਰਦੇ ਐ। 5ਵੇਂ ਪਾਤਸ਼ਾਹ ਨੇ ਸੁਣਿਆ, ਆਖਿਆ ਕੀ ਗੱਲ? ਖਿਡਾਵਾ ਸਾਹਿਬ ਨੂੰ ਚੁਬਾਰੇ ਤੋਂ ਥੱਲੇ ਲੈ ਆਇਆ ਗੁਰੂ ਕੇ ਮਹਿਲਾਂ 'ਚ। ਮਹਾਰਾਜ ਜੀ ਨੂੰ ਕਹਿੰਦਾ, ਜੀ ਮੈਂ ਦਹੀਂ ਖਵਾਉਂਦਾ ਤੇ ਛਕਦੇ ਨਹੀਂ। ਪਾਤਸ਼ਾਹ ਕਹਿੰਦੇ, ਲਿਆ ਉਰੇ ਦਹੀਂ। ਮਹਾਰਾਜ 5ਵੇਂ ਪਾਤਸ਼ਾਹ ਦੇ ਚਰਨਾਂ 'ਚ ਇੱਕ ਪਿਸਤਾ ਜਾਤੀ ਦਾ ਛੋਟਾ ਜਿਹਾ ਕੁੱਤਾ ਸੀ, ਜਿਹੜਾ ਗੁਰੂ ਅਰਜਨ ਸਾਹਿਬ ਦਾ ਸੀਤ ਪ੍ਰਸ਼ਾਦ ਛਕਦਾ ਸੀ। ਗੁਰੂ ਚਰਨਾਂ ਦੇ ਜੋੜਿਆਂ 'ਚ ਬੈਠਾ ਰਹਿੰਦਾ ਸੀ। ਪਾਤਸ਼ਾਹ ਨੇ ਉਹ ਦਹੀਂ ਉਸ ਕੁੱਤੇ ਦੇ ਅੱਗੇ ਕੀਤੀ ਤੇ ਇਸ਼ਾਰਾ ਕੀਤਾ, ਖਾ ਲੈ। ਉਹ ਕੁੱਤਾ ਤਰਸ ਭਰੀਆਂ ਨਿਗਾਹਾਂ ਨਾਲ ਸਤਿਗੁਰਾਂ ਵੱਲ ਵੇਖਦਾ ਤੇ ਬੇਨਤੀ ਕਰਦਾ, ਮਨ ਹੀ ਮਨ ਗਰੀਬ ਨਵਾਜ, ਇਸ ਦਹੀਂ 'ਚ ਜ਼ਹਿਰ ਮਿਲਿਆ ਹੋਇਆ, ਮੈਂ ਕਿਵੇਂ ਖਾਵਾਂ? ਜੇ ਖਾਵਾਂਗਾ ਤੇ ਤੁਹਾਡੇ ਚਰਨਾਂ ਵਿੱਚ ਮੈਨੂੰ ਥਾਂ ਨਹੀਂ ਜੇ ਮਿਲਣੀ। ਗਰੀਬ ਨਵਾਜ ਜੀ ਨੇ ਬਚਨ ਆਖਿਆ, ਫਿਕਰ ਮਤ ਕਰ, ਖਾ ਲੈ, ਤੂੰ ਸਾਡੇ ਚਰਨਾਂ 'ਚ ਹੀ ਰਹੇਗਾ। ਉਹ ਦਹੀਂ ਜਦੋਂ ਕੁੱਤੇ ਨੇ ਛਕੀ, ਤੜਫ ਤੜਫ ਕੇ ਮਹਾਰਾਜ ਜੀ ਦੇ ਸਨਮੁਖ ਉਹਦੀ ਮੌਤ ਹੋ ਗਈ। ਖੜਾਵਾ ਸਾਹਮਣੇ ਖੜਾ ਸੀ, ਬ੍ਰਾਹਮਣ ਸੀ। ਮਹਾਰਾਜ ਜੀ ਕਹਿੰਦੇ ਆ, ਮਲੇਛਾ ਤੂੰ ਇਹੋ ਜੀ ਮਲੇਛਤਾਈ ਕੀਤੀ ਆ, ਜਿਵੇਂ ਕੁੱਤਾ ਤੜਫ ਕੇ ਮਰਿਆ ਤੂੰ ਵੀ ਮਰ ਜਾ ਏਦਾਂ ਤੜਫ ਕੇ। ਉਹ ਬ੍ਰਾਹਮਣ ਸਾਹਮਣੇ ਤੜਫ ਤੜਫ ਕੇ ਮਰ ਗਿਆ। ਸੇਵਕਾਂ ਨੇ ਬੇਨਤੀ ਕੀਤੀ, ਮਹਾਰਾਜ ਪਤਾ ਕਿਵੇਂ ਲੱਗੇਗਾ ਵੀ ਇਹਨੂੰ ਕਿਹਨੇ ਭੇਜਿਆ ਜ਼ਹਿਰ ਦੇ ਕੇ? ਉਹ ਸੁਰਜੀਤ ਕੀਤਾ। ਉਸ ਵੇਲੇ ਉਸ ਬ੍ਰਾਹਮਣ ਨੇ ਦੱਸਿਆ, ਮੈਨੂੰ ਬਾਬੇ ਪ੍ਰਿਥੀ ਚੰਦ ਨੇ ਸਭ ਕੁਝ ਕਰਨ ਨੂੰ ਕਿਹਾ। 5ਵੇਂ ਪਾਤਸ਼ਾਹ ਨੇ ਬਾਬੇ ਪ੍ਰਿਥੀ ਚੰਦ ਨਾਲ ਗੱਲ ਕੀਤੀ, ਪਰ ਉਹ ਈਰਖਾਲੂ ਸੀ। ਕਹਿਣ ਲੱਗਾ, ਤੁਸੀਂ ਮੇਰੇ ਤੇ ਝੂਠੇ ਦੋਸ਼ ਲਾਉਂਦੇ ਹੋ। ਦਿੱਲੀ ਜਾ ਕੇ ਪੁਕਾਰਾਂ ਕੀਤੀਆਂ। ਇਧਰ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੀਰ ਜਦੋਂ 6 ਕੁ ਬਰਸ ਦਾ ਹੋ ਗਿਆ, 5ਵੇਂ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਦਿਆ ਪੜਾਉਣ ਦਾ ਪ੍ਰਬੰਧ ਕਰੀਏ। ਵੇਖੀਏ ਵੀ ਉਸਤਾਦ ਕਿਹਨੂੰ ਲਾਈਏ। ਜਿਹੜਾ ਫਾਰਸੀ ਪੜ੍ਹਾ ਸਕਦਾ ਉਹ ਸੰਸਕ੍ਰਿਤ ਨਹੀਂ ਪੜ੍ਹਾ ਸਕਦਾ, ਜਿਹੜਾ ਸੰਸਕ੍ਰਿਤ ਪੜ੍ਹਾਵੇਗਾ ਉਹ ਫਾਰਸੀ ਨਹੀਂ ਪੜ੍ਹਾ ਸਕਦਾ, ਜਿਹੜਾ ਸੰਸਕ੍ਰਿਤ ਫਾਰਸੀ ਪੜ੍ਹਾਵੇ ਉਹ ਗੁਰਮੁਖੀ ਨਹੀਂ ਪੜ੍ਹਾ ਸਕਦਾ। ਤੇ ਸ਼ਸਤਰ ਵਿਦਿਆ, ਘੋੜਸਵਾਰੀ, ਨੇਜੇਬਾਜ਼ੀ, ਇਹ ਸਾਰੀ ਵਿਦਿਆ ਇੱਕ ਉਸਤਾਦ ਕੋਲ ਨਹੀਂ ਹੈ। ਕਿਤੇ ਨਿਗਾਹ ਮਾਰੀ ਤੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨਜ਼ਰ ਆਏ। ਬਾਬਾ ਬੁੱਢਾ ਸਾਹਿਬ ਜੀ ਨੂੰ 5ਵੇਂ ਗੁਰਦੇਵ ਨੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਦਿਆ ਪੜ੍ਹਾਓ। ਬਾਬਾ ਜੀ ਨਿਮਰਤਾ ਨਾਲ ਹੱਥ ਜੋੜ ਕੇ ਕਹਿੰਦੇ, ਮਹਾਰਾਜ ਮੈਂ ਜੱਟ ਜ਼ਿਮੀਂਦਾਰ ਬੰਦਾ, ਗੁਰੂ ਕੇ ਖੇਤਾਂ 'ਚ ਘਾਹ ਪੁੱਟਣ ਵਾਲਾ, ਹਲ ਵਾਹੁਣ ਵਾਲਾ ਹਾਂ। ਮੈਨੂੰ ਕੀ ਪਤਾ ਵੀ ਅੱਖਰ ਕੀ ਹੁੰਦੇ ਐ, ਇਹ ਪੜ੍ਹਾਈ ਕੀ ਹੁੰਦੀ ਐ, ਇਹ ਵਿਦਿਆ ਕੀ ਹੁੰਦੀ ਹੈ। ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਜਿਹੜੀ ਵਿਦਿਆ, ਜਿਹੜੀ ਪੜ੍ਹਾਈ ਤੁਹਾਨੂੰ ਨਹੀਂ ਆਉਂਦੀ, ਉਹ ਇਸ ਸੰਸਾਰ ਵਿੱਚ ਪਰਮੇਸ਼ਰ ਨੇ ਬੜਾਈ ਨਹੀਂ ਹੋਣੀ। ਗੁਰੂ ਬਾਬਾ ਜੀ ਨੇ ਜਦੋਂ ਤੁਹਾਡੇ ਸਿਰ ਤੇ ਹੱਥ ਧਰਿਆ ਸੀ ਤਾਂ ਦੁਨੀਆ ਦੀ ਸਾਰੀ ਵਿਦਿਆ, ਬ੍ਰਹਮ ਵਿਦਿਆ ਉਹਨਾਂ ਨੇ ਤੁਹਾਨੂੰ ਬਖਸ਼ ਦਿੱਤੀ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਮੁਖੀ ਪੜ੍ਹਾਈ। ਦਿਨਾਂ ਵਿੱਚ ਹੀ 5 ਗ੍ਰੰਥੀ ਆਦਿਕ ਬਾਣੀਆਂ ਮਹਾਰਾਜ 6ਵੇਂ ਪਾਤਸ਼ਾਹ ਨੇ ਪੜ੍ਹ ਕੇ ਕੰਠ ਕਰ ਲਈਆਂ। ਘੋੜ ਸਵਾਰੀ, ਨੇਜੇਬਾਜ਼ੀ, ਪਲੱਥੇਬਾਜ਼ੀ, ਇਹ ਸਾਰੀ ਵਿਦਿਆ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸਿਖਾਈ। ਸਮਾਂ ਬੀਤਿਆ, 5ਵੇਂ ਪਾਤਸ਼ਾਹ ਸੱਚਖੰਡ ਗਏ। 6ਵੇਂ ਪਾਤਸ਼ਾਹ ਤਖਤ ਤੇ ਬਿਰਾਜਮਾਨ ਹੋਏ। 11 ਕੁ ਵਰ੍ਹਿਆਂ ਦੀ ਉਮਰ ਵਿੱਚ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਹਨ। ਸਿੱਖਾਂ ਨੂੰ ਹੁਕਮ ਕੀਤਾ ਕਿ ਸ਼ਸਤਰਧਾਰੀ ਹੋ ਕੇ ਸਾਡੀ ਸ਼ਰਨ ਵਿੱਚ ਆਉਣਾ ਹੈ। ਵਧੀਆ ਹਥਿਆਰ, ਵਧੀਆ ਸ਼ਸਤਰ, ਵਧੀਆ ਘੋੜੇ ਲੈ ਕੇ ਹਾਜ਼ਰ ਹੋਣਾ। ਨੌਜਵਾਨਾਂ ਦੀ ਫੌਜ ਸਾਡੇ ਕੋਲ ਆ ਕੇ ਭਰਤੀ ਹੋਵੇ। ਸ਼ਿਕਾਰ ਖੇਡਣਾ ਮਹਾਰਾਜ 6ਵੇਂ ਪਾਤਸ਼ਾਹ ਨੇ
ਜੰਗੀ ਕਵਾਇਦ ਕਰਨੀ, ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਕਰਾਉਣਾ। ਸਮਾਂ ਬੀਤਦਾ ਚਲਿਆ ਗਿਆ। ਬਾਦਸ਼ਾਹ ਜਹਾਂਗੀਰ ਮਹਾਰਾਜ 6ਵੇਂ ਪਾਤਸ਼ਾਹ ਨੂੰ ਸੱਦਾ ਭੇਜਿਆ। ਗਰੀਬ ਨਵਾਜ ਦਿੱਲੀ ਜਾ ਕੇ ਬਾਦਸ਼ਾਹ ਨੂੰ ਮਿਲੇ। ਚੰਦੂ ਵਰਗਿਆਂ ਨੇ ਭੈੜੀਆਂ ਕਰਤੂਤਾਂ ਕਰਕੇ ਸਤਿਗੁਰੂ ਜੀ ਨੂੰ ਕਿਸੇ ਤਰੀਕੇ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਕਰਵਾ ਦਿੱਤਾ। 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਨੇ। ਇਹਨਾਂ ਨੇ ਸੋਚਿਆ ਸੀ ਵੀ ਉੱਥੇ ਭੇਜ ਕੇ ਇਹਨਾਂ ਨੂੰ ਮੁੜ ਕੇ ਬਾਹਰ ਨਹੀਂ ਆਉਣ ਦੇਵਾਂਗੇ, ਪਰ ਗਵਾਲੀਅਰ ਦੇ ਕਿਲੇ ਦਾ ਜਿਹੜਾ ਕਿਲੇਦਾਰ ਸੀ ਦੁਰਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੇਵਕ ਹੋ ਕੇ, ਹਰੀਦਾਸ ਉਹਦਾ ਨਾਮ ਸੀ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਦਾ ਰਿਹਾ। ਸਮਾਂ ਬੀਤਦਾ ਚਲਿਆ ਗਿਆ। ਸਬਬ ਬਣ ਗਿਆ ਮਹਾਰਾਜ ਜੀ ਦਾ ਬਾਹਰ ਆਉਣ ਦਾ। ਤਾਂ ਉਸ ਵਕਤ ਪਾਤਸ਼ਾਹ ਨੇ ਸੁਨੇਹਾ ਭੇਜਿਆ, ਬਾਦਸ਼ਾਹ ਹੁਣ ਅਸੀਂ ਕੱਲਿਆਂ ਨਹੀਂ ਜੇ ਆਉਣਾ, ਹੁਣ ਸਾਡੇ ਨਾਲ ਇਹ 52 ਰਾਜੇ ਵੀ ਜਿਹੜੇ ਕੈਦ ਨੇ ਇਹ ਵੀ ਚੱਲ ਕੇ ਆਉਣਗੇ। ਕਹਿਣ ਲੱਗਾ ਜੀ ਮੈਂ ਤਾਂ ਬੜੀ ਮੁਸ਼ਕਲ ਨਾਲੇ ਫੜ ਕੇ ਕੈਦ ਕੀਤੇ ਨੇ, ਬਹੁਤ ਫੌਜਾਂ ਮਰਵਾਈਆਂ ਨੇ, ਸੈਨਾ ਮਰਵਾਈ ਹੈ, ਪੈਸਾ ਖਰਚਿਆ, ਇਹ ਬਾਹਰ ਨਿਕਲ ਕੇ ਮੇਰੇ ਖਿਲਾਫ ਬਗਾਵਤ ਕਰਨਗੇ। ਪਾਤਸ਼ਾਹ ਨੇ ਆਖਿਆ, ਹੇ ਬਾਦਸ਼ਾਹ ਜੋ ਨਰ ਆਤੁਰ ਹਵੈ ਕਬੇਰਾ, ਕਹੈ ਗੁਰੂ ਹਰਗੋਬਿੰਦ ਮੈਂ ਅਬ ਤੇਰਾ, ਇਹਾਂ ਛਡਾਵਨ ਕਿਆ ਹੈ ਅਨਬਨ, ਨੇੜ ਨਾ ਆਨ ਦੇਹੂੰ ਜਮਦੂਤਨ। ਜਿਹੜੇ ਸੇਵਕ ਇੱਕ ਵਾਰੀ ਕਹਿ ਦਿੰਦੇ ਨੇ, ਦੁਖੀ ਹੋ ਕੇ ਹਿਰਦੇ ਚੋਂ ਵਿਆਕੁਲ ਹੋ ਕੇ ਕਹਿ ਦਿੰਦੇ ਨੇ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਉਹਨਾਂ ਨੂੰ ਇਸ ਗਵਾਲੀਅਰ ਦੇ ਕਿਲੇ 'ਚ ਛਡਾਣਾ ਮੇਰੇ ਲਈ ਕੋਈ ਔਖੀ ਗੱਲ ਨਹੀਂ। ਮੈਂ ਤਾਂ ਉਹਨਾਂ ਦੇ ਨੇੜੇ ਜਮਦੂਤ ਵੀ ਨਾ ਫਰਕਣ ਦਿਆਂ। ਇਹ ਬਚਨ ਪਾਤਸ਼ਾਹ ਨੇ ਜਦੋਂ ਕਹੇ ਤੋ ਬਾਦਸ਼ਾਹ ਨੇ ਨੀਤੀ ਖੇਡੀ। ਕਹਿੰਦਾ ਜੀ ਜਿੰਨੇ ਤੁਹਾਡੇ ਚੋਲੇ ਦੇ ਪੱਲੇ ਪਕੜ ਕੇ ਕਲੀਆਂ ਫੜ ਕੇ ਆ ਜਾਣ ਲੈ ਆਓ। ਇਹ ਜਾਣਦਾ ਸੀ ਵੀ ਉਹ ਰਾਜਪੂਤ ਰਾਜੇ ਨੇ, ਮਰਦੇ ਮਰ ਜਾਣ, ਕਿਸੇ ਦਾ ਪੱਲਾ ਨਹੀਂ ਫੜਨਗੇ, ਪਰ ਇਹ ਨਹੀਂ ਸੀ ਜਾਣਦਾ ਵੀ ਉਹ ਰਾਜੇ ਗੁਰੂ ਸਾਹਿਬ ਦੇ ਸੇਵਕ ਹੋ ਗਏ ਨੇ। ਮਹਾਰਾਜ ਜੀ ਨੇ ਚੋਲਾ ਇਹੋ ਜਿਹਾ ਤਿਆਰ ਕਰਵਾਇਆ 52 ਦੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਕਰਾ ਕੇ ਤਿਨਾਂ ਨੂੰ ਰਾਜ ਭਾਗ ਸਤਿਗੁਰੂ 6ਵੇਂ ਪਾਤਸ਼ਾਹ ਨੇ ਬਖਸ਼ੇ। ਗਵਾਲੀਅਰ ਤੋਂ ਜਦੋਂ ਬਾਹਰ ਆਏ ਨੇ ਕਿਲੇ 'ਚੋਂ ਤੇ ਬਾਹਰ ਖਲੋਤੇ ਹਰੀਦਾਸ ਨੇ ਸਭ ਤੋਂ ਪਹਿਲਾਂ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਆਪਣੇ ਮੁਖੋਂ ਕਿਹਾ, ਦਾਤਾ ਬੰਦੀ ਛੋੜ, ਦਾਤਾ ਬੰਦੀ ਛੋੜ। ਅੱਜ ਉੱਥੇ ਅਸਥਾਨ ਹੈ ਕਿਲੇ ਦੇ ਵਿੱਚ, ਔਰ ਉਸ ਅਸਥਾਨ ਦਾ ਨਾਮ ਹੀ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਹੈ। 6ਵੇਂ ਪਾਤਸ਼ਾਹ ਦਿੱਲੀ ਆਏ, ਚੰਦੂ ਨੂੰ ਗ੍ਰਿਫਤਾਰ ਕਰਕੇ ਉਹਨੂੰ ਦੰਡ ਦਿੱਤਾ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਲਾਹੌਰ ਆਏ, ਕੁਝ ਸਮਾਂ ਇੱਥੇ ਰਹੇ, ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਣ ਬਿਰਾਜੇ। ਜਹਾਂਗੀਰ ਚਾਲੇ ਪਾ ਗਿਆ, ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਬਣਿਆ। ਸ਼ਾਹਜਹਾਨ ਨੇ ਗੁਰੂ ਘਰ ਨਾਲ ਵੈਰ ਵਿਰੋਧ ਦੀ ਬਿਰਤੀ ਰੱਖੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਦਰਬਾਰ ਲਾਹੌਰ ਦੀ ਧਰਤੀ ਤੇ ਬਣਿਆ, ਇਹਨੇ ਢਾਇਆ। ਫੌਜਾਂ ਮਹਾਰਾਜ ਜੀ ਤੇ ਭੇਜੀਆਂ। ਪਹਿਲਾ ਜੰਗ ਹੋਇਆ। ਮੁਖਲਸ ਖਾਨ 7000 ਫੌਜ ਆਪਣੇ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚੜ੍ਹ ਕੇ ਆਇਆ। ਗਰੀਬ ਨਵਾਜ ਪਾਤਸ਼ਾਹ ਨੇ ਗੁਰਦੁਆਰਾ ਲੋਹਗੜ੍ਹ ਸਾਹਿਬ ਵਾਲੇ ਪਾਵਨ ਸਥਾਨ ਤੇ ਜੰਗ ਲੜਿਆ। 7000 ਦੀ 7000 ਫੌਜ ਮੁਖਲਸ ਖਾਨ ਦੇ ਸਮੇਤ ਰਣ ਤੱਤੇ ਵਿੱਚ ਮਾਰ ਕੇ ਸਤਿਗੁਰੂ ਜੀ ਨੇ ਕੇਵਲ 3 ਪਹਿਰਾਂ ਵਿੱਚ 7000 ਫੌਜ ਕੇਵਲ 3 ਪਹਿਰਾਂ ਦੇ ਵਿੱਚ ਮਹਾਰਾਜ ਜੀ ਨੇ ਮਾਰ ਕੇ ਮੁਕਾ ਕੇ ਅੰਮ੍ਰਿਤਸਰ ਸਾਹਿਬ ਦੇ ਲੋਹਗੜ੍ਹ ਸਾਹਿਬ ਦੇ ਜੰਗ ਵਿੱਚ ਫਤਿਹ ਪ੍ਰਾਪਤ ਕੀਤੀ। ਗੁਰਸਿੱਖਾਂ ਨੂੰ ਵਰ ਬਖਸ਼ੇ ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸ੍ਰੀ ਹਰਗੋਬਿੰਦਪੁਰੇ ਗਏ ਨੇ। ਇਧਰ ਮਾਲਵੇ ਦੇ ਇਲਾਕੇ 'ਚ ਆਏ ਨੇ। ਸ੍ਰੀ ਹਰਗੋਬਿੰਦਪੁਰੇ ਦਾ ਜੰਗ ਲੜਿਆ, ਮਹਾਰਾਜ ਦਾ ਜੰਗ ਲੜਿਆ। ਹਰ ਜੰਗ ਵਿੱਚ ਫੌਜਾਂ ਦੁੱਗਣੀਆਂ ਹੁੰਦੀਆਂ ਚਲੀਆਂ ਗਈਆਂ। ਸ੍ਰੀ ਹਰਗੋਬਿੰਦਪੁਰੇ ਦੇ ਜੰਗ ਵਿੱਚ 15000 ਫੌਜ ਪਹੁੰਚੀ। ਮਹਾਰਾਜ ਦੇ ਜੰਗ 'ਚ ਤਕਰੀਬਨ 30000 ਫੌਜ ਪਹੁੰਚੀ। ਔਰ ਕਰਤਾਰਪੁਰ ਸਾਹਿਬ ਦਾ ਅਖੀਰਲਾ ਜੰਗ ਜਦੋਂ ਸਾਹਿਬਾਂ ਨੇ ਲੜਿਆ, ਇਹਦੇ 'ਚ ਤਕਰੀਬਨ 80000 ਤੋਂ ਵੱਧ ਫੌਜਾਂ ਪੈਂਦੇ ਖਾਂ ਦੇ ਸਮੇਤ ਚੜ੍ਹ ਕੇ ਆਈਆਂ ਸਨ। ਚਾਰਾਂ ਦੇ ਚਾਰਾਂ ਜੰਗਾਂ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਔਰ ਆਪਣੇ ਜੀਵਨ ਦਾ ਕੁਝ ਸਮਾਂ
ਕਸ਼ਮੀਰ ਦੇ ਇਲਾਕੇ ਵਿੱਚ ਜਾ ਕੇ, ਇਧਰ ਮਾਲਵੇ ਦਾ ਰਟਨ ਕਰਦਿਆਂ ਹੋਇਆਂ, ਇਧਰ ਯੂਪੀ ਵਿੱਚ ਸ੍ਰੀ ਨਾਨਕ ਮਤਾ ਸਾਹਿਬ ਜਾ ਕੇ ਗੁਰੂ ਨਾਨਕ ਸਾਹਿਬ ਦੇ ਪਾਵਨ ਅਸਥਾਨਾਂ ਦੀ ਮਰਿਆਦਾ ਬਹਾਲ ਕਰਦਿਆਂ ਗਰੀਬ ਨਵਾਜ ਪਾਤਸ਼ਾਹ ਜੀ ਸ੍ਰੀ ਕੀਰਤਪੁਰ ਸਾਹਿਬ ਆਣ ਬਿਰਾਜੇ ਹਨ। ਇੱਥੇ ਗਰੀਬ ਨਵਾਜ ਪਾਤਸ਼ਾਹ ਨੇ ਜੀਵਨ ਦਾ ਤਕਰੀਬਨ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਗਰੀਬ ਨਵਾਜ ਸਾਹਿਬ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਤੀਤ ਕੀਤਾ ਹੈ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਸਾਈ ਮੀਆਂ ਮੀਰ ਨੇ ਮੱਥਾ ਟੇਕਿਆ ਤੇ ਬਾਦਸ਼ਾਹ ਸ਼ਾਹ ਜਹਾਨ ਨੇ ਕਿੰਤੂ ਕੀਤਾ, ਕਹਿਣ ਲੱਗਾ ਤੁਸੀਂ ਸਿੱਖਾਂ ਦੇ ਗੁਰੂ, ਜਿਹੜੇ ਕਾਫਰਾਂ ਦੇ ਗੁਰੂ ਨੇ, ਸਾਡੇ ਮੁਸਲਮਾਨਾਂ ਦੇ ਤੁਸੀਂ ਏਡੇ ਵੱਡੇ ਪੀਰ, ਉਹਨਾਂ ਦੇ ਪੈਰਾਂ ਤੇ ਮੱਥਾ ਟੇਕਦੇ ਹੋ, ਇਹ ਸਾਡੀ ਤੋਹੀਨ ਹੈ। ਸਾਈ ਮੀਆਂ ਮੀਰ ਜੀ ਕਹਿੰਦੇ, ਉਹ ਬਾਦਸ਼ਾਹ ਸ਼ਾਹ ਜਹਾਨ ਸੁਣ, ਜਦੋਂ ਤੇਰੇ ਵਰਗੇ ਚੇਲੇ ਸਾਡੇ ਕੋਲੋਂ ਆ ਕੇ ਮੰਗਦੇ ਆ ਨਾ, ਸਾਡੇ ਕੋਲ ਦਾਨ ਦੇਣ ਨੂੰ ਨਹੀਂ ਹੁੰਦਾ ਕੁਝ, ਅਸੀਂ ਖੁਦਾ ਦੀ ਕਚਹਿਰੀ 'ਚ ਜਾਂਦੇ ਹਾਂ, ਖੁਦਾ ਦੇ ਦਰਬਾਰ 'ਚ ਜਾ ਕੇ ਪੁਕਾਰਾਂ ਕਰਦੇ ਹਾਂ। ਮੇਰੇ ਵਰਗੇ ਕਈ ਪੀਰ ਉੱਥੇ ਖੁਦਾ ਦੇ ਦਰਬਾਰ ਦੇ ਸਾਹਮਣੇ ਖਲੋਤੇ ਹੁੰਦੇ ਐ, ਆਵਾਜ਼ਾਂ ਮਾਰਦੇ ਆ, ਖੁਦਾ ਦਰਵਾਜ਼ਾ ਖੋਲੋ। ਕਹਿੰਦੇ ਦਰਵਾਜ਼ਾ ਖੁੱਲਦਾ ਤੇ ਦਰਵਾਜ਼ਾ ਖੋਲ ਕੇ ਜਿਹੜੇ ਸਾਡੀ ਪੁਕਾਰ ਸੁਣਨ ਆਉਂਦੇ ਐ, ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੁੰਦੇ ਹਨ। ਸਾਡੀ ਪੁਕਾਰ ਸੁਣ ਕੇ ਜੋ ਅਸੀਂ ਮੰਗਣਾ ਉਹਨਾਂ ਕੋਲੋਂ ਮੰਗਦੇ ਆ, ਉਹ ਫੇਰ ਅੰਦਰ ਜਾਂਦੇ ਨੇ, ਬਾਹਰ ਆ ਕੇ ਕਹਿੰਦੇ ਆ ਤੁਹਾਡੀ ਮੁਰਾਦ ਹਾਸਲ ਹੋਵੇ। ਹੁਣ ਸਾਨੂੰ ਨਹੀਂ ਪਤਾ ਕਿ ਉਸ ਦਰਵਾਜ਼ੇ ਦੇ ਅੰਦਰ ਕੋਈ ਖੁਦਾ ਵੱਖਰਾ ਹੈ ਕਿ ਨਹੀਂ, ਸਾਡੇ ਵਾਸਤੇ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੀ ਖੁਦਾ ਹਨ। ਮੈਂ ਇਸ ਕਰਕੇ ਉਹਨਾਂ ਦੇ ਚਰਨਾਂ ਤੇ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ। ਐਸੇ ਦੀਨ ਦੁਨੀਆ ਦੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਐ, ਦੀਨ ਦੁਨੀ ਦਾ ਪਾਤਸ਼ਾਹ, 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 ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਡੋਲਾ, ਪਾਤਸ਼ਾਹ ਪਾਤਸ਼ਾਹ ਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਡੋਲਾ, ਪਾਤਸ਼ਾਹ ਪਾਤਸ਼ਾਹ ਡੋਲਾ। ਗੁਰੂ ਹਰਗੋਬਿੰਦ ਸਾਹਿਬ ਦੀਨ ਤੇ ਦੁਨੀਆ ਦੇ ਪਾਤਸ਼ਾਹ ਨੇ ਔਰ ਅਡੋਲ ਪਾਤਸ਼ਾਹ ਨੇ। ਦੁਨੀਆ ਦੇ ਪਾਤਸ਼ਾਹਾਂ ਦੀਆਂ ਪਾਤਸ਼ਾਹੀਆਂ ਡੋਲ ਜਾਂਦੀਆਂ ਨੇ, ਪਰ ਸਾਹਿਬਾਂ ਦੀ ਪਾਤਸ਼ਾਹੀ ਸਤ ਹੈ, ਸदैवी ਹੈ। ਇਹ ਸੰਸਾਰ ਬਿਨਸਣੇ ਤੋਂ ਬਾਅਦ ਵੀ ਸਥਿਰ ਹੈ, ਰਹਿਣ ਵਾਲੀ ਪਾਤਸ਼ਾਹੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਪਾਤਸ਼ਾਹ ਨੇ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਦਾਤ ਬਖਸ਼ੀ ਹੈ। ਅੱਜ ਅਸਾੜ ਦੇ ਮਹੀਨੇ ਦੀ ਸਕਰਾਂਤ ਦਾ ਦਿਨ ਵੀ ਹੈ। ਮਹੀਨੇ ਦੀ ਕਥਾ ਵੀ ਆਪਾਂ ਵਿਚਾਰਨੀ ਹੈ। ਉਸ ਤੋਂ ਪਹਿਲਾਂ ਪਾਤਸ਼ਾਹ ਵੱਲੋਂ ਬਖਸ਼ੇ ਸ੍ਰੀ ਮੁਖ ਵਾਕ ਵਿਚਾਰੀਏ। ਵਿਚਾਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇ
नायक खसम हमारे। ਧਨਾਸਰੀ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰਦੇ ਹਨ। ਹੇ ਪ੍ਰਭੂ ਤੂੰ ਦਾਤਾ ਹੈ, ਸਾਡਾ ਸਾਰਿਆਂ ਦਾ ਦਾਤਾ ਹੈ। ਮਹਾਰਾਜ ਸਾਡਾ ਲੋਕ ਪਰਲੋਕ ਸਵਾਰਨ ਵਾਲੇ, ਹਲਤ ਪਲਤ ਦੇ ਰੱਖਿਓ ਕੋ ਸਤਿਗੁਰੂ ਤੁਸੀਂ ਦਾਤੇ ਹੋ। ਸਾਨੂੰ ਸਾਰੀਆਂ ਦਾਤਾਂ ਦੇ ਕੇ ਨਿਵਾਜਦੇ ਹੋ। ਗੁਰ ਸਿੱਖ ਦਾ ਕਰਤੱਵ ਹੈ ਦਾਤੇ ਨੂੰ ਸਿਮਰਦਾ, ਉਹਦੀਆਂ ਦਾਤਾਂ ਨੂੰ ਲੈ ਕੇ ਉਹ ਦਾਤੇ ਨੂੰ ਚੇਤਾ ਕਰਦਾ ਹੈ। ਮਨਮੁੱਖਾਂ ਦਾ ਸੁਭਾਅ ਹੈ ਦਾਤਾਂ ਲੈ ਕੇ ਦਾਤੇ ਨੂੰ ਭੁਲਾ ਦਿੰਦੇ ਹਨ। ਖਾਲਸਾ ਜੀ ਮਾਇਆ ਕੀ ਹੈ? ਮਾਇਆ ਕਿਸ ਨੂੰ ਕਹਿੰਦੇ ਨੇ? ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ? ਮਾਇਆ ਕਰਦੀ ਕੀ ਹੈ? ਖਾਲਸਾ ਜੀ ਜਿਹੜੇ ਕੰਮ ਕਰਕੇ ਪ੍ਰਮਾਤਮਾ ਵਿਸਰ ਜਾਏ, ਕੋਈ ਵੀ ਕੰਮ ਹੋਵੇ ਸੰਸਾਰ ਦਾ, ਕੋਈ ਵੀ ਵਸਤੂ ਹੋਵੇ, ਕੋਈ ਵੀ ਪਦਾਰਥ ਹੋਵੇ, ਕੋਈ ਵੀ ਜੀ ਹੋਵੇ, ਜਿਸ ਕਰਕੇ ਪਰਮੇਸ਼ਰ ਵਿਸਰਦਾ ਉਹਨੂੰ ਮਾਇਆ ਕਹਿੰਦੇ ਹਨ। ਮਨਮੁਖ ਮਾਇਆ ਦੇ ਪ੍ਰਭਾਵ ਥੱਲੇ ਦੱਬੇ ਦਾਤੇ ਨੂੰ ਭੁਲਾਈ ਰੱਖਦੇ ਐ। ਗੁਰਮੁਖ ਉਸ ਦਾਤੇ ਨੂੰ ਚੇਤੇ ਕਰਦਿਆਂ ਕਹਿੰਦੇ ਹੈ ਪ੍ਰਭੂ ਤੂੰ ਸਾਡਾ ਦਾਤਾ ਹੈ, ਤੁਮ ਦਾਤੇ, ਸਾਡਾ ਠਾਕੁਰ, ਸਾਡਾ ਸੁਆਮੀ ਹੈ, ਪ੍ਰਤਪਾਲਕ, ਸੰਸਾਰ ਦੇ ਪ੍ਰਤੀ ਏਕ ਜੀਵ ਦੀ ਪਾਲਣਾ ਕਰਨ ਵਾਲਾ ਹੈ। ਨਾਇਕ ਖਸਮ ਹਮਾਰੇ, हे ਪ੍ਰਭੂ ਤੂੰ ਸਾਡਾ ਨਾਇਕ ਹੈ, ਸਾਡਾ ਸੁਆਮੀ ਹੈ, ਸਾਡਾ ਖਸਮ ਹੈ, ਸਾਡਾ ਮਾਲਕ ਹੈ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਮਹਾਰਾਜ ਨਿਮਖ ਨਿਮਖ ਕਰਕੇ ਤੁਸੀਂ ਸਾਨੂੰ ਪਾਲਣ ਵਾਲੇ ਹੋ। ਨਿਮਖ ਨਿਮਖ ਪਲ ਪਲ ਕਰਕੇ ਤੁਸੀਂ ਸਾਨੂੰ ਪਾਲ ਦਿਓ। ਜਿੰਨੇ ਸਾਹ ਚੱਲਦੇ ਨੇ ਤੁਹਾਡੇ ਦਿੱਤੇ ਚੱਲ ਰਹੇ ਨੇ। हे ਪ੍ਰਭੂ ਅਸੀਂ ਸਾਰੇ ਤੁਹਾਡੇ ਬਾਲਕ ਹਾਂ। ਹਮ ਬਾਰਕ, ਮਹਾਰਾਜ ਅਸੀਂ ਸਾਰੇ ਤੁਹਾਡੇ ਬਾਰਕ ਬੱਚੇ ਹਾਂ। ਤੁਮ ਧਾਰ ਤੁਮਰੇ ਧਾਰੇ, ਮਹਾਰਾਜ ਜਿਵੇਂ ਬੱਚਿਆਂ ਨੂੰ ਆਪਣੇ ਮਾਂ ਬਾਪ ਦਾ ਆਸਰਾ ਹੁੰਦਾ ਹੈ, ਇਸੇ ਤਰ੍ਹਾਂ ਸਾਡੇ ਆਸਰੇ ਮਹਾਰਾਜ ਜੀ ਤੁਸੀਂ ਹੋ। हे ਗੁਰੂ ਹਰਗੋਬਿੰਦ ਸਾਹਿਬ, ਸੁਥਰੇ ਸ਼ਾਹ ਨੂੰ ਘਰਦਿਆਂ ਨੇ ਜੰਮਦੇ ਨੂੰ ਬਾਹਰ ਸੁੱਟ ਦਿੱਤਾ ਵੀ ਰਾਖਸ਼ ਜੰਮ ਪਿਆ ਸਾਡੇ ਘਰ। ਜੰਮਦੇ ਦੇ ਮੂੰਹ 'ਚ ਦੰਦ ਸੀ ਭਾਈ ਸੁਥਰੇ ਸ਼ਾਹ ਦੇ, ਬਾਹਰ ਸੁੱਟ ਦਿੱਤਾ। ਕਸ਼ਮੀਰ ਦਾ ਇਲਾਕਾ ਸੀ। 6ਵੇਂ ਪਾਤਸ਼ਾਹ ਟੁਰੇ ਆਉਂਦੇ ਘੋੜੇ ਤੇ ਸਵਾਰ, ਬੱਚੇ ਦੇ ਰੋਣ ਦੀ ਆਵਾਜ਼ ਆਈ ਆ ਥੱਲਿਓਂ ਪਹਾੜਾਂ ਦੇ ਵਿੱਚੋਂ, ਕੋਈ ਖਤਾਨ ਚੋਂ। ਪਾਤਸ਼ਾਹ ਕਹਿੰਦੇ ਬਾਬਾ ਵਿਧੀ ਚੰਦ ਸਾਹਿਬ ਨੂੰ, ਬੱਚਾ ਰੋਂਦਾ ਕੋਈ। ਥੱਲੇ ਨਿਗਾਹ ਮਾਰੀ, ਕਹਿੰਦੇ ਮਹਾਰਾਜ ਕੁੱਤੀ ਦੇ ਕਤੂਰਿਆਂ ਦੇ ਵਿੱਚ ਇੱਕ ਬੱਚਾ ਪਿਆ ਹੋਇਆ, ਉਹ ਪਿਆ ਰੁਦਨ ਕਰਦਾ ਹੈ। ਕਹਿੰਦੇ ਚੁੱਕ ਕੇ ਲਿਆਓ। ਚੁੱਕ ਕੇ ਲਿਆਂਦਾ ਤੇ ਪਾਤਸ਼ਾਹ ਕਹਿੰਦੇ ਲਿਆਓ ਸਾਨੂੰ ਫੜਾਓ। ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਕਿੱਡੇ ਦਿਆਲੂ ਤੇ ਕਿਰਪਾਲੂ ਨੇ। ਤੇ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਮਹਾਰਾਜ ਬਾਲਕ ਕੁਥਰਾ ਹੈ, ਮੈਲਾ ਕੁਚੈਲਾ ਸੀ, ਜੰਮਦੇ ਨੂੰ ਜੋ ਸੁੱਟ ਗਏ ਸਨ। ਮਹਾਰਾਜ ਕੁਥਰਾ ਤੇ ਮੇਰੇ ਸਾਹਿਬ ਹੱਥਾਂ ਵਿੱਚ ਲੈ ਕੇ ਕਹਿੰਦੇ ਨਾ ਲਿਆ ਫੜਾਓ, ਇਹ ਕੁਥਰਾ ਨਹੀਂ ਇਹ ਸੁਥਰਾ ਹੈ। ਕਿੱਡਾ ਵੱਡਾ ਮਹਾਂਪੁਰਸ਼ ਹੋਏ ਭਾਈ ਸੁਥਰੇ ਸ਼ਾਹ ਜੀ, ਬ੍ਰਹਮ ਗਿਆਨੀ ਅਵਸਥਾ ਨੂੰ ਪ੍ਰਾਪਤ ਹੋਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਬਾਰਕ ਹਾਂ, ਬੱਚੇ ਹਾਂ ਨਿਥਾਵੇਂ, ਸਾਨੂੰ ਤੁਹਾਡਾ ਆਸਰਾ, ਸਾਨੂੰ ਤੁਹਾਡਾ ਆਧਾਰ ਹੈ। ਜਿਹਵਾ ਏਕ ਕਵਨ ਗੁਣ ਕਹੀਐ, ਇਹ ਮੇਰੇ ਸਾਹਿਬ ਸਾਡੀ ਜੀਭਾ ਇੱਕ ਹੈ, ਮੈਂ ਆਪਣੀ ਇੱਕ ਜੀਭਾ ਨਾਲ ਤੁਹਾਡੇ ਕਿਹੜੇ ਕਿਹੜੇ ਗੁਣ ਕਹਾਂ। ਕਹਿੰਦੇ ਜੇ ਇੱਕ ਦੀ ਥਾਂ ਤੇ ਲੱਖ ਹੋ ਜਾਣ ਜਾਂ 20 ਲੱਖ ਹੋ ਜਾਣ ਫੇਰ ਆਖੇ ਉਹਦੇ ਗੁਣ ਤੇ ਅੰਤ ਪੈ ਜੂ। ਕਹਿੰਦੇ हे ਪ੍ਰਭੂ ਭਾਵੇਂ ਲੱਖਾਂ ਤੋਂ 20 ਲੱਖ ਹੋ ਜਾਣ, 20 ਲੱਖ ਤੋਂ ਹੋਰ ਦੁੱਗਣੀਆਂ ਤਿੱਗਣੀਆਂ ਹੋ ਜਾਣ ਸਾਡੀਆਂ ਜੀਭਾਂ, ਤੇ ਹਰ ਜੀਵ ਨਾਲ ਤੇਰੇ ਗੁਣ ਗਾਈਏ, ਫਿਰ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪੈਂਦਾ। ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। हे ਪ੍ਰਭੂ ਤੇਰਾ ਸ਼ੁਮਾਰ ਨਹੀਂ, ਤੂੰ ਬੇਸ਼ੁਮਾਰ ਹੈ, ਤੂੰ ਬੇਅੰਤ ਹੈ। हे ਪ੍ਰਭੂ ਤੇਰਾ ਅੰਤ ਕਿਸੇ ਨੇ ਨਹੀਂ ਜਾਣਿਆ। ਰਹਾਓ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਮਹਾਰਾਜ ਸਾਡੇ ਕਰੋੜਾਂ ਅਪਰਾਧ ਤੁਸੀਂ ਖੰਡਣ ਵਾਲੇ ਹੋ, ਅਨੇਕ ਪ੍ਰਕਾਰ ਦੇ ਤਰੀਕਿਆਂ ਨਾਲ ਸਾਨੂੰ ਤੁਸੀਂ ਸਮਝਾਉਂਦੇ ਹੋ। ਹਮ ਅਗਿਆਨ ਅਲਪ ਮਤ ਥੋਰੀ,
ਤੁਮ ਆਪਨ ਬਿਰਦ ਰਖਾਵੋ। ਪਾਤਸ਼ਾਹ ਅਸੀਂ ਅਗਿਆਨੀ ਜੀਵ ਹਾਂ, ਸਾਡੀ ਥੋੜੀ ਮਤ ਹੈ। ਪਾਤਸ਼ਾਹ ਤੁਸੀਂ ਆਪਣਾ ਬਿਰਦ ਆਪ ਰੱਖੋ, ਤੁਮ ਆਪਨ ਬਿਰਦ ਰਖਾਵੋ। ਮਹਾਰਾਜ ਤੁਸੀਂ ਆਪਣੇ ਬਿਰਦ ਦੀ ਪਾਲਣਾ ਕਰੋ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਮਹਾਰਾਜ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਸਾਨੂੰ ਤੁਹਾਡੀ ਆਸ ਹੈ, ਤੁਸੀਂ ਸਾਡੇ ਸੁਖ ਦੇਣ ਵਾਲੇ ਸੱਜਣ ਹੋ। ਰੱਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਇਹ ਦਿਆਲੂ ਪ੍ਰਭੂ ਰੱਖ ਲੋ ਸਾਨੂੰ ਰੱਖਣਹਾਰ ਸੁਆਮੀ ਜੀ, ਅਸੀਂ ਤੁਹਾਡੇ ਦਰ ਘਰ ਦੇ ਗੋਲੇ ਲਾਲੇ ਹਾਂ, ਕਿਰਪਾ ਕਰਕੇ ਰੱਖ ਲੋ। ਰੱਖੋ ਰਾਖਣ ਹਾਰ ਦਇਆਲਾ, ਰੱਖੋ ਰਾਖਣ ਹਾਰ ਦਇਆਲਾ। ਰੱਖੋ ਰਾਖਣ ਹਾਰ ਦਇਆਲਾ, ਰੱਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਹੇ ਰੱਖਣਹਾਰ ਸੁਆਮੀ ਜੀ ਰੱਖ ਲੋ। ਅਸਾੜ ਦੇ ਮਹੀਨੇ ਦੀ ਸਕਰਾਂਦ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਵਿਖੇ ਬਹਿ ਕੇ ਇਹ ਪਾਵਨ ਪਵਿੱਤਰ ਉਪਦੇਸ਼ ਆਪਣਿਆਂ ਸੇਵਕਾਂ ਸਿੱਖਾਂ ਨੂੰ ਬਖਸ਼ ਕੇ ਨਿਵਾਜ ਰਹੇ ਹਨ। ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿਨਾ ਪਾਸ। ਅਸਾੜ ਆਪਾਂ ਹਾੜ ਕਹਿ ਦਿੰਨੇ ਆ ਵੀ ਹਾੜ ਦਾ ਮਹੀਨਾ ਹੈ, ਪਰ ਗੁਰਬਾਣੀ ਵਿੱਚ ਸਾਹਿਬ ਨੇ ਅਸਾੜ ਕਿਹਾ। ਇਹ ਸਾੜਦਾ ਹੈ, ਤਪਦਾ ਹੈ ਮਹੀਨਾ, ਅੱਤ ਦੀ ਗਰਮੀ ਇਸ ਮਹੀਨੇ ਵਿੱਚ ਪੈਂਦੀ ਹੈ। ਪਾਤਸ਼ਾਹ ਕਹਿੰਦੇ ਇਹ ਮਹੀਨਾ ਉਹਨਾਂ ਲਈ ਤਪੰਦਾ ਤਪਦਾ ਹੈ ਜਿਨ੍ਹਾਂ ਦਾ ਨਾਉ ਹਰੀ ਅਕਾਲ ਪੁਰਖ ਪਰਮੇਸ਼ਰ ਜਿਨ੍ਹਾਂ ਦੇ ਪਾਸ ਨਹੀਂ। ਬਾਹਰਲੀ ਇਸ ਗਰਮੀ ਨੂੰ ਮਿਟਾਉਣ ਵਾਸਤੇ ਅਸਾੜ ਦੇ ਮਹੀਨੇ ਦੀ ਇਸ ਤਪਸ਼ ਨੂੰ ਮਿਟਾਉਣ ਲਈ ਸਾਡੇ ਕੋਲ ਕਈ ਤਰ੍ਹਾਂ ਦੇ ਸਾਧਨ ਹਨ। ਏਸੀ ਲਾ ਲਈਏ, ਅੰਦਰ ਬੈਠਿਆਂ ਨੂੰ ਕੋਈ ਪਤਾ ਨਹੀਂ ਬਾਹਰ ਗਰਮੀ ਹੈ, ਤਪਸ਼ ਹੈ। ਉਹਦੇ ਵਾਸਤੇ ਸਾਡੇ ਕੋਲ ਸਾਧਨ ਹਨ। ਕੋਈ ਪਹਾੜਾਂ ਤੇ ਜਾ ਚੜ੍ਹਦਾ ਵੀ ਠੰਡਾ ਮਾਹੌਲ ਹੈ। ਬਾਹਰਲੀ ਇਸ ਗਰਮੀ ਨੂੰ ਮਿਟਾਉਣ ਲਈ ਕਈ ਸਾਧਨ ਤਰੀਕੇ ਨੇ, ਪਰ ਖਾਲਸਾ ਜੀ ਹਿਰਦਾ ਤਾਂ ਤਪ ਰਿਹਾ ਨਾ ਵਿਸ਼ਿਆਂ ਵਿਕਾਰਾਂ ਦੀ ਅੱਗ 'ਚ। ਉਹਨਾਂ ਦਾ ਹਿਰਦਾ ਸਾੜ ਦੇ ਮਹੀਨੇ 'ਚ ਵਿਕਾਰਾਂ ਦੀ ਤਪਸ਼ ਨਾਲ ਤਪਦਾ ਰਹਿੰਦਾ ਹੈ। ਹਰੀ ਨਾਉ ਅਕਾਲ ਪੁਰਖ ਪਰਮੇਸ਼ਰ ਪਤੀ ਪਰਮੇਸ਼ਵਰ ਜਿਨ੍ਹਾਂ ਦੇ ਪਾਸ ਨਹੀਂ ਹੈ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਜਿਹੜਾ ਮਨਮੁਖ ਬੰਦਾ ਹੈ, ਮਨਮੁਖ ਹੋਏ ਬੰਦੇ ਦਾ ਬੰਦਾ, ਉਹ ਜਗਤ ਦੇ ਜੀਵਨ ਅਕਾਲ ਪੁਰਖ ਪਰਮੇਸ਼ਰ ਦੀ ਆਸ ਛੱਡ ਕੇ ਬੰਦਿਆਂ ਦੀ ਆਸ ਰੱਖਦਾ ਹੈ। ਮਾਨਸ ਸੰਧੀ ਆਸ, ਬੰਦਿਆਂ ਦੀ ਆਸ। ਖਾਲਸਾ ਜੀ ਬੰਦਿਆਂ ਦੀਆਂ ਆਸਾਂ ਜੀਵ ਨੂੰ ਨਿਰਾਸ਼ ਹੀ ਕਰਦੀਆਂ ਹਨ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਅਕਾਲ ਪੁਰਖ ਦੇ ਦਿੱਤਿਆਂ ਬੰਦਾ ਰੱਜਦਾ, ਬੰਦੇ ਦੀ ਟੇਕ ਬੰਦੇ ਨੂੰ ਭੁੱਖਿਆਂ ਹੀ ਮਾਰਦੀ ਹੈ। ਪਾਤਸ਼ਾਹ ਕਹਿੰਦੇ ਭਾਈ ਮਨਮੁਖ ਕੇਵਲ ਬੰਦਿਆਂ ਦੀ ਆਸ ਰੱਖਦੇ ਹਨ। ਦੋਇ ਭਾਏ ਵੇ ਗੁੱਚੀਐ, ਗਲ ਪਈ ਸੋ ਜਮ ਕੀ ਫਾਸ। ਦੋਇ ਭਾਏ, ਦੂਜੇ ਭਾਅ ਵਿੱਚ ਦੁਬਦਾ ਵਿੱਚ ਲੱਗੇ ਜੀਵ ਖੁਆਰ ਹੁੰਦੇ ਹਨ। ਉਹਨਾਂ ਦੇ ਗਲਾਂ ਵਿੱਚ ਜੰਮਾਂ ਦੀ ਫਾਹੀ ਪੈਂਦੀ ਹੈ। ਗਲ ਪਈ ਸੋ ਜਮ ਕੀ ਫਾਸ, ਗਲਾਂ ਵਿੱਚ ਉਹਨਾਂ ਦੇ ਜੰਮਾਂ ਦੀ ਫਾਹੀ ਪੈਂਦੀ ਹੈ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਪਾਤਸ਼ਾਹ ਕਹਿੰਦੇ ਜੀਵ ਜਿਹੋ ਜਿਹਾ ਬੀਜ ਬੀਜਦਾ ਉਹੋ ਜਿਹਾ ਹੀ ਕੱਟਦਾ। ਜੋ ਵਾਹਿਗੁਰੂ ਵਿਧਾਤੇ ਨੇ ਇਸ ਜੀਵ ਦੇ ਮੱਥੇ ਤੇ ਲਿਖਿਆ
ਆਪਣੇ ਲਿਖਿਆ ਹੋਇਆ ਲੇਖਾਂ ਦੇ ਮੁਤਾਬਕ ਜੀਵ ਬੀਜ ਬੀਜਦੇ ਤੇ ਕੱਟਦੇ ਹਨ। ਰਹਿਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ। ਰਹਿਣ ਵਿਹਾਣੀ ਪਛਤਾਣੀ, ਪਾਤਸ਼ਾਹ ਕਹਿੰਦੇ ਪਛਤਾਉਂਦਿਆਂ ਹੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਉਹਨਾਂ ਦੀ। ਜ਼ਿੰਦਗੀ ਰੂਪੀ ਰਾਤ ਪਛਤਾਉਂਦਿਆਂ ਹੀ ਬੀਤ ਜਾਂਦੀ ਹੈ। ਰਹਿਣ ਵਿਹਾਣੀ ਪਛਤਾਣੀ, ਛੱਛੇ ਨੂੰ ਔਂਕੜ ਲੱਗੀ ਹੈ। ਕਈ ਵਾਰੀ ਕਈ ਗੁਰਮੁਖ ਪਾਠ ਕਰਦਿਆਂ ਪਛੋਤਾਣੀ ਪਾਠ ਕਰ ਜਾਂਦੇ, ਪਛੋਤਾਣੀ ਨਹੀਂ ਹੈ। ਉਹ ਔਂਕੜ ਨਹੀਂ, ਫਿਰ ਹੋੜਾ ਬਣ ਜਾਏਗਾ। ਪਛਤਾਣੀ ਏਦਾਂ ਮਹਾਂਪੁਰਸ਼ ਪਾਠ ਕਰਾਉਂਦੇ ਆ ਕਿ ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਪਛਤਾਵੇ 'ਚ ਬੀਤ ਜਾਂਦੀ। ਉੱਠ ਚੱਲੀ ਗਈ ਨਿਰਾਸ, ਉਹ ਨਿਰਾਸ਼ ਹੋ ਕੇ ਸੰਸਾਰ ਤੋਂ ਚਲੀਆਂ ਜਾਂਦੀਆਂ ਨੇ ਜੀਵ ਰੂਪੀ ਇਸਤਰੀਆਂ। ਜਿਨ ਕੋ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ। ਜਿਨ੍ਹਾਂ ਨੂੰ ਸਾਧੂ ਜਨ ਮਿਲਦੇ ਹਨ, ਜਿਨ ਕੋ ਸਾਧੂ ਭੇਟੀਐ, ਜਿਨ੍ਹਾਂ ਨੂੰ ਸਾਧੂ ਮਿਲਦੇ ਨੇ ਸੋ ਦਰਗਹ ਹੋਏ ਖਲਾਸ, ਉਹ ਨਿਰੰਕਾਰ ਦੀ ਦਰਗਾਹ 'ਚ ਮੁਕਤ ਹੋ ਜਾਂਦੇ ਨੇ, ਖਲਾਸ ਹੋ ਜਾਂਦੇ ਹਨ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਏ ਮੇਰੇ ਪ੍ਰਭੂ ਜੀ ਸਾਡੇ ਤੇ ਆਪਣੀ ਕਿਰਪਾ ਕਰੋ। ਕੀ ਕਿਰਪਾ ਕਰੋ ਮਹਾਰਾਜ? ਤੇਰੇ ਦਰਸ਼ਨ ਹੋਏ ਪਿਆਸ, ਸਾਡੇ ਹਿਰਦਿਆਂ 'ਚ ਤੇਰੇ ਦਰਸ਼ਨਾਂ ਦੀ ਪਿਆਸ ਬਣਾਵੇ, ਇਹ ਕਿਰਪਾ ਕਰੋ। ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ। ਕਰ ਕਿਰਪਾ ਪ੍ਰਭ ਆਪਣੀ, 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 ਕਰ ਕਿਰਪਾ ਪ੍ਰਭ ਆਪਣੀ। ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ। ਮਹਾਰਾਜ ਕਿਰਪਾ ਕਰੋ, ਆਪਣੇ ਦਰਸ਼ਨਾਂ ਦੀ ਪਿਆਸ ਬਖਸ਼ੋ ਸਾਨੂੰ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਧੰਨ ਗੁਰੂ ਨਾਨਕ ਸਾਹਿਬ ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ, ਹੇ ਪ੍ਰਭੂ ਮੇਰੀ ਤੇਰੇ ਚਰਨਾਂ 'ਚ ਅਰਦਾਸ ਹੈ, ਕਿਉਂਕਿ ਤੇਰੇ ਬਿਨਾ ਕੋਈ ਦੂਜਾ ਹੈ ਹੀ ਨਹੀਂ ਮੇਰਾ। ਕੋਈ ਦੂਜਾ ਹੋਵੇ ਤੇ ਉਹਦੇ ਕੋਲ ਜਾਈਏ, ਮਹਾਰਾਜ ਤੁਹਾਡੇ ਬਿਨਾ ਸਾਡਾ ਕੋਈ ਦੂਜਾ ਹੈ ਹੀ ਨਹੀਂ, ਇਸ ਕਰਕੇ ਮੇਰੀ ਅਰਦਾਸ ਤੁਹਾਡੇ ਚਰਨਾਂ ਵਿੱਚ ਹੈ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਅਸਾੜ ਦਾ ਇਹ ਮਹੀਨਾ ਉਹਨਾਂ ਲਈ ਸੁਹੰਦਾ ਸੁਹੰਡਣਾ ਹੈ, ਸੁਖਦਾਈ ਹੈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦਾ ਨਿਵਾਸ ਹੈ, ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਮਹੀਨਾ ਸੁੱਖਾਂ ਦਾ ਬਤੀਤ ਹੋਵੇ। ਸਤਿਗੁਰਾਂ ਦੀ ਬਾਣੀ ਪੜ੍ਹਦਿਆਂ, ਸੰਗਤ ਕਰਦਿਆਂ, ਸੇਵਾ ਸਿਮਰਨ ਕਰਦਿਆਂ, ਗੁਰਦੇਵ ਦੇ ਦਰਸ਼ਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਵਾਰ ਫੇਰ ਸਾਰੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਮੀਰੀਆਂ ਪੀਰੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਵਾਹਿਗੁਰੂ 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 ਵਾਹਿਗੁਰੂ।